ਸੋ ਗਾਇਜ਼ ਸਾਡਾ ਪ੍ਰੋਸੈਸ ਰਹਿ ਗਿਆ ਸੀ ਜਿਹਦੇ ਵਿੱਚ ਕਿ ਅਸੀਂ ਇਕੱਲਾ ਫਸਟ ਸਟੈਪ ਕੀਤਾ ਸੀ। ਜਿਹੜਾ ਪ੍ਰੋਸੈਸ ਆਫ ਅਕਾਊਂਟਿੰਗ ਹੈ +1 ਕਲਾਸ ਦੇ ਲਈ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ। ਇਹ ਐਗਜ਼ਾਮ 'ਚ ਆਉਂਦਾ ਹੀ ਆਉਂਦਾ ਹੈ ਪ੍ਰੋਸੈਸ ਆਫ ਅਕਾਊਂਟਿੰਗ, ਕਿਉਂਕਿ ਜਦੋਂ ਸਾਡਾ ਇੱਕ ਪ੍ਰੋਸੈਸ ਡੀਪਲੀ ਜਦੋਂ ਅਸੀਂ ਸਮਝ ਲੈਂਦੇ ਹਾਂ ਜਾਂ ਕੋਈ ਬੱਚਾ ਬੇਸ ਜਿਹੜਾ ਆਪਣਾ ਬਣਾ ਲੈਂਦਾ ਇੱਕ ਪ੍ਰੋਸੈਸ 'ਚ ਬੇਸਿਕ ਕਲੀਅਰ ਕਰ ਲੈਂਦਾ, ਫਿਰ ਉਹਦੇ ਲਈ ਪ੍ਰੈਕਟੀਕਲ ਕਰਨਾ ਜਿਹੜਾ ਈਜ਼ੀ ਹੋ ਜਾਂਦਾ ਵਾ। ਜਿਵੇਂ ਪ੍ਰੈਕਟੀਕਲ 'ਚ ਜਰਨਲ ਆਉਂਦੇ ਆ, ਲੈਜਰ ਆਉਂਦੇ ਆ, ਸਮਰਾਈਜ਼ਿੰਗ ਦੇ ਵਿੱਚ ਜਿਵੇਂ ਟਰਾਈ ਬੈਲੈਂਸ ਆਉਂਦੇ ਆ, ਜਾਂ ਫਾਈਨੈਂਸ਼ੀਅਲ ਅੱਗੇ ਫੰਡ ਫਲੋ ਸਟੇਟਮੈਂਟ ਜਿਹੜੀਆਂ ਅੱਗੇ ਬੱਚੇ ਨੇ ਪੜ੍ਹਨੀਆਂ ਹੁੰਦੀਆਂ। +1 ਕਲਾਸ ਲਈ ਪ੍ਰੋਸੈਸ ਆਫ ਅਕਾਊਂਟਿੰਗ ਮੋਸਟ ਇੰਪੋਰਟੈਂਟ ਕੁਐਸਚਨ ਹੈ। ਦੈਨ ਅਸੀਂ ਫਸਟ ਸਟੈਪ ਕਰ ਚੁੱਕੇ ਸੀ ਪਿਛਲੀ ਵੀਡੀਓ ਦੇ ਵਿੱਚ। ਹੁਣ ਸੈਕਿੰਡ ਸਟੈਪ ਹੋਣਾ ਸਾਡੇ ਕੋਲ ਮਈਰਿੰਗ ਦੀ ਆਈਡੈਂਟੀਫਾਈਡ ਟ੍ਰਾਂਜੈਕਸ਼ਨ ਐਂਡ ਈਵੈਂਟਸ। ਇਹਦੇ ਵਿੱਚ ਕੀ ਕਰਦੇ ਅਸੀਂ ਮਈਰਿੰਗ ਦੇ ਵਿੱਚ ਇਹ ਪਤਾ ਲੱਗਦਾ ਕਿ ਜਿਹੜੀਆਂ ਅਸੀਂ ਟ੍ਰਾਂਜੈਕਸ਼ਨ ਰਿਕਾਰਡ ਕਰ ਰਹੇ ਹਾਂ ਉਹ ਇਨ ਕੈਸ਼ ਦੇ ਵਿੱਚ ਆ। ਜੇ ਉਹ ਕੈਸ਼ ਦੇ ਵਿੱਚ ਆ, ਉਹ ਕੈਸ਼ ਰੂਪੀ ਦੇ ਵਿੱਚ ਕਿਹੜੀ ਕਰੰਸੀ ਦੇ ਵਿੱਚ ਚੱਲ ਰਿਹਾ ਕੈਸ਼, ਜਾਂ ਕਿਹੜੀ ਕਰੰਸੀ ਵਿੱਚ ਆਪਾਂ ਮਈਰ ਜਿਹੜੀਆਂ ਆਈਡੈਂਟੀਫਾਈ ਕੀਤੀਆਂ ਟ੍ਰਾਂਜੈਕਸ਼ਨ ਉਹ ਕਿਸ ਕਰੰਸੀ ਦੇ ਵਿੱਚ ਹੈਗੀਆਂ। ਜਾਂ ਮਾਈਰਿੰਗ ਦੀ ਆਈਡੈਂਟੀਫਾਈਡ ਟ੍ਰਾਂਜੈਕਸ਼ਨ 'ਚ ਇਹ ਕਹਿ ਸਕਦੇ ਹਾਂ ਵੀ ਸਾਡੇ ਕੋਲ ਨੰਬਰ ਆਫ ਟ੍ਰਾਂਜੈਕਸ਼ਨਸ ਕਿੰਨੀਆਂ ਹੋਈਆਂ ਵਾ ਟੋਟਲ, ਉਸ ਚੀਜ਼ ਨੂੰ ਹੀ ਮਈਰ ਕਰਨਾ। ਥਰਡ ਆਉਂਦਾ ਰਿਕਾਰਡਿੰਗ ਜਿਹੜਾ ਇੱਕ ਪ੍ਰੈਕਟੀਕਲੀ ਸਟੈਪ ਹੈਗਾ, ਪ੍ਰੈਕਟੀਕਲੀ ਸਟੈਪ ਜਿਹਦੇ ਵਿੱਚ ਕਿ ਜਰਨਲ ਜਿਹੜਾ ਅਸੀਂ ਪ੍ਰੈਕਟੀਕਲੀ ਕਰਦੇ ਹਾਂ ਅਕਾਊਂਟਸ ਦੇ ਵਿੱਚ। ਜਰਨਲ ਅਕਾਊਂਟਸ ਦੇ ਵਿੱਚ ਇਹਦਾ ਇੱਕ ਪਰਫੋਰਮਾ ਹੁੰਦਾ ਵਾ, ਉਹਦੇ ਵਿੱਚ ਆਪਾਂ ਸੀਰੀਅਲ ਨੰਬਰ ਹੁੰਦਾ, ਪਰਟੀਕੂਲਰਸ ਹੁੰਦੇ, ਡੈਬਿਟ ਕ੍ਰੈਡਿਟ ਹੁੰਦਾ ਵਾ। ਉਹਦੇ ਵਿੱਚ ਆਪਾਂ ਟ੍ਰਾਂਜੈਕਸ਼ਨਸ ਨੂੰ ਰਿਕਾਰਡ ਕਰਦੇ ਹਾਂ, ਨੰਬਰ ਵਾਈਜ਼ ਰਿਕਾਰਡ ਕਰਦੇ ਹਾਂ, ਜਿਵੇਂ ਫਸਟ ਟ੍ਰਾਂਜੈਕਸ਼ਨ, ਸੈਕਿੰਡ ਟ੍ਰਾਂਜੈਕਸ਼ਨ। ਇੱਕ ਉਹਦੇ ਵਿੱਚ ਪਰਫੋਰਮਾ ਤਿਆਰ ਕੀਤਾ ਜਾਂਦਾ ਅਕਾਊਂਟ ਦੇ ਵਿੱਚ, ਜਿਵੇਂ ਕਿ ਇੱਧਰ ਸੀਰੀਅਲ ਨੰਬਰ ਹੁੰਦਾ ਵਾ, ਫਿਰ ਆਉਂਦਾ ਪਰਟੀਕੂਲਰ ਆਉਂਦਾ ਵਾ। ਉਹਦੇ ਵਿੱਚ ਪਰਟੀਕੂਲਰ 'ਚ ਆ ਜਾਂਦਾ ਵੀ ਕਿੰਨੇ ਬਾਏ ਕੀਤਾ ਜਾਂ ਕਿੰਨੇ ਸੇਲ ਕੀਤਾ, ਫਿਰ ਡੈਬਿਟ ਆ ਜਾਂਦਾ, ਫਿਰ ਕ੍ਰੈਡਿਟ ਆ ਜਾਂਦਾ, ਫਿਰ ਇੱਧਰ ਉਹਦੀ ਅਮਾਊਂਟ ਪਾਈ ਜਾਂਦੀ ਆ। ਠੀਕ ਆ, ਨੰਬਰ ਆਫ ਟ੍ਰਾਂਜੈਕਸ਼ਨਸ ਇੱਧਰ ਵੇਖੀਆਂ ਜਾਂਦੀਆਂ ਕਿੰਨੀਆਂ ਹੈਗੀਆਂ, ਜਿਹੜੀ ਕਿ ਮਈਰਿੰਗ ਦੇ ਵਿੱਚ ਹੁੰਦੀ ਆ। ਇਹਦੇ ਅੰਦਰ ਆ ਜਾਂਦਾ ਕੈਸ਼ ਜਰਨਲ ਆ ਜਾਂਦਾ, ਪਰਚੇਜ਼ ਜਰਨਲ ਆ ਜਾਂਦਾ, ਸੇਲਸ ਜਰਨਲ ਆ ਜਾਂਦਾ। ਮੋਸਟਲੀ ਵੈਸੇ ਤਾਂ ਸਭ ਤੋਂ ਪਹਿਲਾਂ ਸਟੈਪ ਇਹ ਹੁੰਦਾ ਕਿ ਇਕੱਠਾ ਜਰਨਲ ਤਿਆਰ ਕੀਤਾ ਜਾਂਦਾ, ਜਿਹਦੇ ਵਿੱਚ ਕਿ ਕੈਸ਼ ਦੀਆਂ ਟ੍ਰਾਂਜੈਕਸ਼ਨਸ ਵੀ ਹੁੰਦੀਆਂ, ਪਰਚੇਜ਼ ਦੀਆਂ ਵੀ ਹੁੰਦੀਆਂ, ਸੇਲਸ ਦੀਆਂ ਵੀ ਹੁੰਦੀਆਂ, ਜਾਂ ਆਪਾਂ ਵੱਖਰਾ ਵੀ ਜਰਨਲ ਇਹਦੇ ਵਿੱਚ ਤਿਆਰ ਕਰ ਸਕਦੇ ਹਾਂ। ਇਹ ਆਪਾਂ ਅੱਗੇ ਜਾ ਕੇ ਇਹਨੂੰ ਡੀਪਲੀ ਪੜ੍ਹਾਂਗੇ ਪ੍ਰੈਕਟੀਕਲ ਦੇ ਵਿੱਚ, ਫਿਰ ਤੁਹਾਨੂੰ ਜਲਦੀ ਸਮਝ ਆਊਗਾ। ਫੋਰਥ ਆ ਜਾਂਦਾ ਕਲਾਸੀਫਾਈਂਗ ਸਟੈਪ ਆ ਜਾਂਦਾ। ਉਹਦੇ ਵਿੱਚ ਕੀ ਹੁੰਦਾ, ਕਲਾਸੀਫਾਈ ਹੁੰਦਾ ਕਿ ਵੱਖਰਾ ਕਰਕੇ ਰੱਖਣਾ। ਜਿਹੜਾ ਆਪਾਂ ਜਰਨਲ ਤਿਆਰ ਕੀਤਾ ਹੁੰਦਾ ਸਾਰਾ ਟੋਟਲੀ, ਉਹਨੂੰ ਬਾਅਦ ਵਿੱਚ ਆਪਾਂ ਲੈਜ਼ਰ ਦੇ ਵਿੱਚ ਤਿਆਰ ਕਰਨਾ ਹੁੰਦਾ। ਲੈਜ਼ਰ ਦੇ ਵਿੱਚ ਜਿਹੜਾ ਵੱਖਰੇ ਇੱਕ ਸੈਪਰੇਟ ਅਕਾਊਂਟਸ ਬਣਾਏ ਜਾਂਦੇ, ਜਿਵੇਂ ਪਰਚੇਜ਼ ਦੇ ਵੱਖਰੇ ਬਣਾਏ ਜਾਂਦੇ ਆ, ਸੇਲਸ ਦੇ ਵੱਖਰੇ ਬਣਾਏ ਜਾਂਦੇ ਆ। ਠੀਕ ਆ, ਉਸ ਤੋਂ ਬਾਅਦ ਉਹਦੇ ਵਿੱਚ ਜਿਵੇਂ ਰਾਮ ਨੇ ਪਰਚੇਜ਼ ਕੀਤਾ ਉਹਦਾ ਵੱਖਰਾ ਬਣਾਇਆ ਜਾਊਗਾ, ਸ਼ਾਮ ਦਾ ਵੱਖਰਾ ਬਣਾਇਆ ਜਾਊ ਜਿਹੜੇ ਬੰਦਾ ਹੈਗਾ ਵਾ। ਲੈਜ਼ਰ ਵੀ ਇਹਦੇ ਵਿੱਚ ਅਕਾਊਂਟਸ ਵਿੱਚ ਲੈਜ਼ਰ ਦਾ ਵੀ ਪਰਫੋਰਮਾ ਹੁੰਦਾ, ਉਹ ਵੀ ਇਸ ਟਾਈਪ ਦਾ ਹੀ ਹੁੰਦਾ, ਸੀਰੀਅਲ ਨੰਬਰ, ਪਰਟੀਕੂਲਰ, ਡੈਬਿਟ ਐਂਡ ਕ੍ਰੈਡਿਟ, ਵੱਖਰਾ। ਸੈਪਰੇਟ ਅਕਾਊਂਟਸ ਜਿਵੇਂ ਇਹਦੇ ਵਿੱਚ ਲਿਖਿਆ, ਸੈਪਰੇਟ ਅਕਾਊਂਟਸ ਹੈਡਸ ਫॉर ਟਰੈਵਲਿੰਗ ਐਕਸਪੈਂਸ ਦਾ, ਪ੍ਰਿੰਟਿੰਗ ਐਂਡ ਸਟੇਸ਼ਨਰੀ ਦਾ ਐਂਡ ਐਡਵਰਟਾਈਜ਼ਿੰਗ ਦਾ, ਵੱਖਰਾ ਜਿਹੜਾ ਲੈਜ਼ਰ ਤਿਆਰ ਕੀਤਾ ਜਾਂਦਾ। ਉਸ ਤੋਂ ਬਾਅਦ ਇਹਦੇ ਵਿੱਚ 5th ਸਟੈਪ ਆਉਂਦਾ ਸਮਰਾਈਜ਼ਿੰਗ ਦੇ ਵਿੱਚ ਜਿਹੜਾ ਇਕੱਠਾ ਕਰਕੇ ਜੇ ਕਿਸੇ ਚੀਜ਼ ਨੂੰ ਰੱਖਣਾ, ਇਹਦਾ ਬੇਸਿਕਲੀ ਜਿਹੜਾ ਮੀਨਿੰਗ ਡਿਕਸ਼ਨਰੀ ਮੀਨਿੰਗ ਹੈਗਾ ਕਿ ਇਕੱਠ ਕਰਕੇ ਰੱਖਣਾ ਕਿਸੇ ਚੀਜ਼ ਦਾ। ਅਕਾਊਂਟਸ ਦੇ ਵਿੱਚ ਇਕੱਠਾ ਦਾ ਮਤਲਬ ਕੀ ਹੋਊਗਾ ਕਿ ਜਿਹੜਾ ਆਪਾਂ ਜਰਨਲ ਤਿਆਰ ਕੀਤਾ ਜਾਂ ਆਪਾਂ ਲੈਜ਼ਰ ਤਿਆਰ ਕੀਤਾ, ਉਹਦਾ ਬਾਅਦ ਵਿੱਚ ਆਪਾਂ 3rd ਸਟੈਪ ਆ ਜਾਂਦਾ ਟਰਾਈ ਬੈਲੈਂਸ ਤਿਆਰ ਕਰਨਾ, ਜਾਂ ਉਹਦੀ ਇਨਕਮ ਸਟੇਟਮੈਂਟ ਤਿਆਰ ਕਰਨੀ, ਜਾਂ ਬੈਲੈਂਸ ਸ਼ੀਟ ਤਿਆਰ ਕਰਨੀ। ਸਾਡੀ ਪ੍ਰੈਕਟੀਕਲੀ ਜਿਹੜਾ ਐਕਸਟਰਨਲ ਇਨਵਾਇਰਮੈਂਟ ਦੇ ਵਿੱਚ ਕੀ ਆ, ਟਰਾਈ ਬੈਲੈਂਸ ਜਿਹੜਾ ਬੈਂਕਸ 'ਚ ਯੂਜ਼ ਹੋ ਰਿਹਾ ਹੈ, ਜਾਂ ਗੌਰਮੈਂਟ ਸੈਕਟਰ ਦੇ ਵਿੱਚ ਕਿਸੇ ਵੀ ਜਿਹਦੇ ਵਿੱਚ ਬਿਜ਼ਨਸ ਚੱਲ ਰਿਹਾ ਉਹਦੇ ਵਿੱਚ ਟਰਾਈ ਬੈਲੈਂਸ ਤਿਆਰ ਕੀਤਾ ਜਾਂਦਾ, ਇਨਕਮ ਸਟੇਟਮੈਂਟ ਤਿਆਰ ਕੀਤੀ ਜਾਂਦੀ ਆ, ਬੈਲੈਂਸ ਸ਼ੀਟ ਤਿਆਰ ਕੀਤੀ ਜਾਂਦੀ ਆ। ਜਿਵੇਂ ਫੋਰ ਐਗਜ਼ਾਮਪਲ ਬੈਂਕਸ ਦੇ ਵਿੱਚ ਬੈਲੈਂਸ ਸ਼ੀਟ ਜਿਹੜੀ ਡੇਲੀ ਤਿਆਰ ਹੁੰਦੀ ਆ, ਉਹ ਜਿਹੜਾ ਫਿਰ ਕੈਸ਼ ਜਿਹੜਾ ਡੈਬਿਟ ਅਤੇ ਕ੍ਰੈਡਿਟ ਸੇਮ ਹੋਣਾ ਚਾਹੀਦੀ, ਉਹਦੀ ਅਮਾਊਂਟ ਸੇਮ ਹੋਣੀ ਚਾਹੀਦੀ। ਜਿੰਨਾ ਤੱਕ ਅਮਾਊਂਟ ਨਹੀਂ ਨੀਚੇ ਸੇਮ ਹੋਊਗੀ ਦੋਵਾਂ ਦੀ, ਜਿਵੇਂ ਇੱਧਰ 20 ਲੱਖ ਬਣਨ ਦਿਆ, ਉੱਧਰ ਵੀ ਕ੍ਰੈਡਿਟ ਵੀ 20 ਲੱਖ ਹੋਣਾ ਚਾਹੀਦਾ ਸਾਡਾ, ਉਹ ਬੈਲੈਂਸ ਸ਼ੀਟ ਸੇਮ ਹੋਣੀ ਚਾਹੀਦੀ ਹੈ। ਇੱਦਾਂ ਬੈਲੈਂਸ ਸ਼ੀਟ ਜਿਹੜਾ ਕਿਸੇ ਵੀ ਐਂਟਰੀਜ਼ ਨੂੰ ਜਿਹੜਾ ਸਮਰਾਈਜ਼ ਇਕੱਠਾ ਕਰਕੇ ਜਿਹੜਾ ਪਾਇਆ ਜਾਂਦਾ ਬੈਲੈਂਸ ਸ਼ੀਟ ਦੇ ਵਿੱਚ, ਇਨਕਮ ਸਟੇਟਮੈਂਟ ਦੇ ਵਿੱਚ ਐਂਡ ਟਰਾਈ ਬੈਲੈਂਸ ਦੇ ਵਿੱਚ। ਇਹ ਵੀ ਅਸੀਂ ਪ੍ਰੈਕਟੀਕਲੀ ਜਦੋਂ ਤੁਸੀਂ ਪੜ੍ਹੋਗੇ ਅੱਗੇ ਐਂਟਰੀਜ਼ ਪਾਓਗੇ ਤੁਹਾਨੂੰ ਡੀਪਲੀ ਜਿਹੜਾ ਜਲਦੀ ਸਮਝ ਆਊਗਾ। ਉਸ ਤੋਂ ਬਾਅਦ ਆਉਂਦਾ ਐਨਾਲਿਸਿਸ,
ਜਿਹੜੇ ਸਟੂਡੈਂਟਸ ਜਿਹੜੇ +1 ਸਟੂਡੈਂਟਸ ਨੂੰ ਇਹ ਧਿਆਨ ਰੱਖਣਾ ਚਾਹੀਦਾ ਕਿ ਰਿਕਾਰਡਿੰਗ, ਕਲਾਸੀਫਾਈਂਗ ਐਂਡ ਸਮਰਾਈਜ਼ਿੰਗ, ਇਹ 3 ਸਟੈਪ ਜਿਹੜੇ ਹੀ ਇਹਦੇ ਵਿੱਚ ਕਾਫੀ ਡੀਪਲੀ ਜਾਂ ਮਟੀਰੀਅਲ ਸਾਡੇ ਕੋਲ ਇਕੱਠਾ ਹੋ ਸਕਦਾ ਜਦੋਂ ਆਪਾਂ ਕੀ ਪ੍ਰੈਕਟੀਕਲ ਕਰਾਂਗੇ, ਤੁਹਾਨੂੰ ਜਲਦੀ ਹੀ ਇਹ ਤਿੰਨੋਂ ਸਟੈਪ ਜਿਹੜੇ ਸਮਝ ਆ ਜਾਣਗੇ। ਉਸ ਤੋਂ ਬਾਅਦ ਆ ਜਾਂਦਾ ਐਨਾਲਾਈਜ਼ਿੰਗ ਦੇ ਵਿੱਚ ਕੀ ਹੈ ਕਿ ਅਸੀਂ ਕਿਸੇ ਚੀਜ਼ ਨੂੰ ਜਿੰਨਾ ਵੀ ਆ ਸਟੈਪਸ ਕੀਤੇ ਹੋਏ 5 ਦੇ 5 ਸਟੈਪਸ ਨੂੰ ਉਹਨੂੰ ਐਨਾਲਾਈਜ਼ਿੰਗ ਕਰਨਾ, ਉਹ ਤੋਂ ਸਾਨੂੰ ਪਤਾ ਲੱਗਦਾ ਕਿ ਸਾਡੀ ਫਾਈਨੈਂਸ਼ੀਅਲ ਸਟਰੈਂਥ ਕੀ ਆ, ਉਹਨੂੰ ਅਸੀਂ ਚੰਗੀ ਤਰ੍ਹਾਂ ਦੇਖਣਾ ਕਿ ਸਾਡੀ ਫਾਈਨੈਂਸ਼ੀਅਲ ਸਟਰੈਂਥ ਕਿੰਨੀ ਚੱਲ ਰਹੀ ਆ ਜਾਂ ਸਾਡੀ ਕੀ ਵੀਕਨੈਸ ਹੈ ਐਂਟਰਪ੍ਰਾਈਜ਼ ਦੇ ਵਿੱਚ, ਜਿਹਨੂੰ ਕਿ ਅਸੀਂ ਦੁਬਾਰਾ ਇੰਪਰੂਵ ਕਰਾਂਗੇ ਅਗਲੀ ਵਾਰ ਕਿ ਉਹ ਜਿਹੜੀ ਸਾਨੂੰ ਵੀਕਨੈਸ ਨਾ ਫੇਸ ਕਰਨੀ ਪਵੇ ਦੁਬਾਰਾ। ਚੰਗੀ ਤਰ੍ਹਾਂ ਉਹਨੂੰ ਐਨਾਲਾਈਜ਼ਿੰਗ ਕਰਨਾ, ਚੰਗੀ ਤਰ੍ਹਾਂ ਦੇਖਣਾ ਉਹਦੇ ਵਿੱਚ। ਉਸ ਤੋਂ ਬਾਅਦ ਆ ਜਾਂਦੀ 7th ਸਟੈਪ ਆ ਜਾਂਦਾ ਇਹਦੇ ਵਿੱਚ ਇੰਟਰਪ੍ਰੇਟਿੰਗ ਦੇ ਵਿੱਚ ਕੀ ਹੁੰਦਾ ਕਿ ਦੈਟ ਇਜ਼ ਨੋਟ ਵਿਜ਼ਿਬਲ, ਸੋ ਇੰਟਰਪ੍ਰੇਟਿੰਗ ਦੇ ਵਿੱਚ ਕੀ ਹੈ ਕਿ ਅਕਾਊਂਟੈਂਟ ਸ਼ੁੱਡ ਇੰਟਰਪ੍ਰੇਟਡ ਦੀ ਸਟੇਟਮੈਂਟ ਇਨ ਮੈਨਰ ਯੂਜ਼ਫੁਲ ਟੂ ਦੀ ਯੂਜ਼ਰ, ਵੀ ਯੂਜ਼ਰ ਲਈ ਆਪਾਂ ਇੰਟਰਪ੍ਰੇਟ ਕਰਕੇ ਰੱਖਣਾ, ਉਹਨਾਂ ਨੂੰ ਇਕੱਠਾ ਕਰਕੇ ਰੱਖਣਾ ਡਾਟਾ ਨੂੰ ਜਾਂ ਸਟੇਟਮੈਂਟਸ ਨੂੰ ਯੂਜ਼ਰਸ ਵਾਸਤੇ, ਜਿਹੜੇ ਕਿ ਯੂਜ਼ਰ ਇਹਨੂੰ ਈਜ਼ਲੀ ਸਾਰੇ ਡਾਟੇ ਨੂੰ ਇਕੱਠਾ ਹੋਏ ਡਾਟੇ ਨੂੰ ਚੰਗੀ ਤਰ੍ਹਾਂ ਦੇਖ ਸਕਣ। ਉਹਨੂੰ ਇੰਟਰਪ੍ਰੇਟ ਇੱਕ ਚੰਗੇ ਮੈਨਰ ਦੇ ਨਾਲ, ਸਿਸਟਮ ਦੇ ਨਾਲ ਉਹਨੂੰ ਜਿਹੜਾ ਇੰਟਰਪ੍ਰੇਟ ਕਰਕੇ ਰੱਖਣਾ। ਉਸ ਤੋਂ ਬਾਅਦ ਆ ਜਾਂਦਾ ਕਮਿਊਨੀਕੇਟਿੰਗ ਵਿੱਚ ਕੀ ਆ, ਕਮਿਊਨੀਕੇਟਡ ਇਨ ਆ ਪ੍ਰੋਪਰ ਫੋਰਮ ਐਂਡ ਮੈਨਰ ਟੂ ਦੀ ਪ੍ਰੋਪਰ ਪਰਸਨ। ਕਹਿੰਦੇ ਕਮਿਊਨੀਕੇਟ ਕਰਨਾ ਇੱਕ ਪ੍ਰੋਪਰ ਫੋਰਮ ਦੇ ਵਿੱਚ ਡਾਟਾ ਪਿਆ ਹੋਏ ਨੂੰ ਇੱਕ ਪ੍ਰੋਪਰ ਪਰਸਨ ਜਿਹਦਾ ਇੱਕ ਪ੍ਰੋਪਰ ਪਰਸਨ ਹੋਊਗਾ, ਜਿਹਦੇ ਲਈ ਇਹ ਡਾਟਾ ਇਕੱਠਾ ਕੀਤਾ ਹੋਊਗਾ, ਉਹਨੂੰ ਫੜਾਉਣਾ ਅਤੇ ਉਹਦੇ ਨਾਲ ਕਮਿਊਨੀਕੇਟ ਕਰਨਾ। ਜੇ ਉਹਨੇ ਐਡੀਸ਼ਨਲ ਇਨਫੋਰਮੇਸ਼ਨ ਵਿੱਚ ਐਡ ਕਰਨੀ ਕਰ ਸਕਦਾ, ਰੇਸ਼ੋ ਆ ਜਾਂਦੇ ਇਹਦੇ ਵਿੱਚ, ਗ੍ਰਾਫਸ ਅਤੇ ਡਾਇਗ੍ਰਾਮ ਜਾਂ ਫੰਡ ਫਲੋ ਸਟੇਟਮੈਂਟਸ ਐਡ ਕਰਨੀ ਤਾਂ ਉਹ ਕਰ ਸਕਦਾ। ਜਿਵੇਂ ਕਿ ਅਕਾਊਂਟੈਂਟ ਰਿਪੋਰਟਸ ਜਿਹੜੀ ਅਕਾਊਂਟੈਂਟ ਨੂੰ ਦੇ ਦਿੱਤੀ ਜਾਂਦੀ ਆ, ਉਹ ਚੰਗੀ ਤਰ੍ਹਾਂ ਇਸ ਚੀਜ਼ ਨੂੰ ਦੇਖਦਾ ਕਿ ਇਹਦੇ ਵਿੱਚ ਕੁਛ ਐਡ ਔਨ ਤਾਂ ਨਹੀਂ ਕਰਨਾ, ਕਮਿਊਨੀਕੇਟ ਕੀਤੀ ਜਾਂਦੀ, ਗੱਲਬਾਤ ਕੀਤੀ ਜਾਂਦੀ ਕਿ ਕੁਛ ਐਡ ਕਰਨਾ ਇਹਦੇ ਵਿੱਚ ਕਰ ਲਈਏ, ਜੇ ਨਹੀਂ ਕਰਨਾ ਨਾ ਕਰੀਏ, ਕਿ ਕੱਲ੍ਹ ਨੂੰ ਸਾਡੀ ਜਿਹੜੀ ਇਹ ਸਟੇਟਮੈਂਟ ਜਾਂ ਮਤਲਬ ਜੋ ਵੀ ਫੇਸ ਕਰ ਰਿਹਾ ਸਾਡਾ ਬਿਜ਼ਨਸ ਲੋਸ ਫੇਸ ਕਰ ਰਿਹਾ, ਉਹ ਅਗਲੀ ਵਾਰੀ ਨਾ ਫੇਸ ਕਰਨਾ ਪਵੇ ਉਹਨੂੰ। ਇਹ ਚੀਜ਼ ਚੰਗੀ ਤਰ੍ਹਾਂ ਕਮਿਊਨੀਕੇਟ ਕਰਨੀ। ਬੁੱਕ ਦੇ ਵਿੱਚ ਪ੍ਰੋਸੈਸ ਆਫ ਅਕਾਊਂਟਿੰਗ ਬਹੁਤ ਡੀਪਲੀ ਦਿੱਤਾ ਵਾ। ਬੇਸਿਕਲੀ ਤੁਹਾਨੂੰ ਜੋ ਚੀਜ਼ਾਂ ਮੈਂ ਤੁਹਾਨੂੰ ਇਹ ਨੋਟਸ ਤਿਆਰ ਕੀਤੇ ਸੀ, ਨੋਟਸ ਦੇ ਵਿੱਚ ਜੋ ਚੀਜ਼ਾਂ ਤੁਹਾਨੂੰ ਦੱਸੀਆਂ, ਉਹ ਜੇ ਤੁਸੀਂ ਚੰਗੀ ਤਰ੍ਹਾਂ ਇਸ ਨੂੰ ਪੜ੍ਹ ਲਓਗੇ ਤਾਂ ਬੈਟਰ ਰਹੂਗਾ ਤੁਹਾਨੂੰ ਈਜ਼ੀਲੀ, ਕਿਉਂਕਿ ਇਹਦੇ ਵਿੱਚ ਅੱਗੇ ਪ੍ਰੈਕਟੀਕਲੀ ਵੀ ਤੁਹਾਨੂੰ ਕਰਨਾ ਪੈਣਾ ਹੈ। ਪ੍ਰੈਕਟੀਕਲ ਦੇ ਵਿੱਚ ਤੁਹਾਨੂੰ ਈਜ਼ੀਲੀ ਉਸ ਚੀਜ਼ ਨੂੰ ਪਤਾ ਲੱਗ ਜਾਣਾ ਕਿੱਦਾਂ ਹੀ ਲਿਖਣਾ, ਜਾਂ ਇਹਦੇ ਵਿੱਚ ਡਾਟਾ ਨੂੰ ਕਾਫੀ ਮਿਲ ਜਾਣਾ ਥਿਓਰੈਟੀਕਲ ਦੇ ਨਾਲੋਂ, ਪ੍ਰੈਕਟੀਕਲ ਦੇ ਵਿੱਚ ਕਾਫੀ ਹੈਲਪਫੁਲ ਰਹੂਗਾ। ਸੋ ਇਹ ਸਟੈਪ ਪ੍ਰੋਸੈਸ ਆਫ ਅਕਾਊਂਟਿੰਗ ਹੀ, ਇਹਨੂੰ ਚੰਗੀ ਤਰ੍ਹਾਂ +1 ਸਟੂਡੈਂਟਸ ਪੜ੍ਹ ਲੈਣ, ਕਿਉਂਕਿ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੁੰਦਾ ਪ੍ਰੋਸੈਸ ਆਫ ਅਕਾਊਂਟਿੰਗ। ਅਸੀਂ ਨੈਕਸਟ ਵੀਡੀਓ ਦੇ ਵਿੱਚ ਇਹਦਾ ਪ੍ਰੈਕਟੀਕਲ ਕਰਾਂਗੇ ਕਿ ਕਿਵੇਂ ਜਰਨਲ ਤਿਆਰ ਹੁੰਦਾ, ਕਿਵੇਂ ਉਹਦੇ ਵਿੱਚ ਟ੍ਰਾਂਜੈਕਸ਼ਨਸ ਨੂੰ ਪਾਈਦਾ ਵਾ, ਜਾਂ ਕਲਾਸੀਫਾਈ ਕਿੱਦਾਂ ਕਰਨਾ, ਆਪਾਂ ਨੂੰ ਲੈਜ਼ਰ ਕਿੱਦਾਂ ਅੱਗੇ ਵੱਖਰਾ ਤਿਆਰ ਕਰਨਾ, ਟਰਾਈ ਬੈਲੈਂਸ ਕਿਵੇਂ ਬਣਾਉਣਾ, ਬੈਲੈਂਸ ਸ਼ੀਟ ਕਿਵੇਂ ਬਣਾਉਣਾ। ਅਗਲੀ ਵੀਡੀਓ ਦੇ ਵਿੱਚ ਆਪਾਂ ਪ੍ਰੈਕਟੀਕਲ ਕਰਾਂਗੇ ਜਿਹੜੇ ਕਿ ਤੁਹਾਨੂੰ ਈਜ਼ੀਲੀ ਐਂਟਰੀਆਂ ਪਾਉਣੀਆਂ ਆ ਜਾਣਗੀਆਂ। ਸੋ ਗਾਇਸ, ਥੈਂਕ ਯੂ ਸੋ ਮਚ। So please subscribe my channel and share and like this channel. Thank you.